ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਅੱਜ ਮੇਰੇ ਨਾਲ ਹੋਣਗੇ ਇੰਡੀਅਨ ਐਕਸਪ੍ਰੈਸ ਤੋਂ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਜੀ। ਸਥਾਨ ਲੌਂਗੋਵਾਲ ਦਾ ਔਰ ਮੰਜਰਾ ਮਰਹੂਮ ਜਥੇਦਾਰ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦਾ। ਮੰਚ ਤੋਂ ਬੋਲ ਰਹੇ ਨੇ ਇਕਬਾਲ ਸਿੰਘ ਝੁੰਦਾ, ਜਿਹੜੇ ਕਿ 13 ਮੈਂਬਰੀ ਤੱਥ ਖੋਜ ਕਮੇਟੀ ਦੇ ਚੇਅਰਮੈਨ ਰਹੇ ਨੇ। ਇਬਾਰਤ ਉਹਨਾਂ ਦੇ ਭਾਸ਼ਣ ਦੀ ਬੜੀ ਅਲੱਗ ਹੈ ਔਰ ਇਹ ਉਸ ਇਬਾਰਤ ਨਾਲੋਂ ਬਿਲਕੁਲ ਵੱਖਰੀ ਆ ਜਿਹੜੀ ਜ਼ਿਲ੍ਹੇ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਵਰਤੀ ਗਈ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਹਨ ਤੇ ਉਹੀ ਰਹਿਣਗੇ। ਇਹ ਬਿਲਕੁਲ ਵੱਖਰਾ ਔਰ ਵਿਪਰੀਤ ਕਿਸਮ ਦਾ ਵਰਤਾਰਾ ਦੇਖਿਆ ਗਿਆ। ਇਹਨੂੰ ਜ਼ੁਬਾਨ ਦਿੰਦੇ ਆ, ਇਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਆ ਜਗਤਾਰ ਸਿੰਘ ਹੁਣਾਂ ਨੂੰ ਨਾਲ ਲੈ ਕੇ। ਮੈਨੂੰ ਦੱਸਿਓ ਜਗਤਾਰ ਸਿੰਘ ਜੀ ਕਿ ਜਿਹੜਾ ਲੌਂਗੋਵਾਲ 'ਚ ਕੱਲ ਘਟਨਾਕ੍ਰਮ ਵਾਪਰਦਾ ਹੈ, ਇਹਨੂੰ ਕਿਸ ਤਰ੍ਹਾਂ, ਇਹਦੀ ਵਿਆਖਿਆ ਕਿਵੇਂ ਹੋਵੇ, ਦੇਖਿਆ ਕਿਵੇਂ ਜਾਂਦਾ? ਆਪਾਂ ਪਹਿਲਾਂ ਤਾਂ ਇਹ ਦੇਖੀਏ ਕਿ ਅਕਾਲੀ ਦਲ ਦੀ ਸਮੱਸਿਆ ਬੇਸਿਕਲੀ ਕੀ ਹੈ। ਜੀ, 3 ਸੀਟਾਂ ਰਹਿਣ ਤੋਂ ਬਾਅਦ ਅਸੈਂਬਲੀ ਇਲੈਕਸ਼ਨ ਦੇ ਵਿੱਚ ਮਸਲਾ ਹੈ ਅਕਾਲੀ ਦਲ ਦੀ ਰਿਵਾਈਵਲ ਦਾ। ਹੁਣ ਜਿਸ ਢੰਗ ਨਾਲ ਪਿਛਲੇ ਕੁਝ ਦਿਨਾਂ ਤੋਂ ਨੈਰੇਟਿਵ ਬਿਲਡ ਕੀਤਾ ਗਿਆ, ਜੀ, ਜਿਹੜੀ ਧਿਰ ਇਸ ਵੇਲੇ ਡੋਮੀਨੈਂਟ ਹੈ, ਉਹ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਰਿਵਾਈਵ ਕਰਨਾ ਹੈ ਕਿ ਅਕਾਲੀ ਦਲ ਨੂੰ ਰਿਵਾਈਵ ਕਰਨਾ ਹੈ। ਔਰ ਰੰਧਾਵਾ ਜੀ, ਦੋਵਾਂ ਗੱਲਾਂ ਦੇ ਵਿੱਚ ਫਰਕ ਹੈ। ਜੀ, ਇੱਕ ਵੱਡਾ ਸੈਕਸ਼ਨ ਇਹ ਲਗਾਤਾਰ ਕਹਿ ਰਿਹਾ ਹੈ ਕਿ ਪਾਰਟੀ ਤਾਂ ਰਿਵਾਈਵ ਹੋ ਸਕਦੀ ਹੈ ਜੇ ਇਹ ਲੀਡਰਸ਼ਿਪ ਚੇਂਜ ਕੀਤੀ ਜਾਵੇ। ਇਕਬਾਲ ਸਿੰਘ ਝੁੰਦਾ ਜੀ ਉਹ ਇਨਸਾਨ ਹੈਗੇ ਜਿਨ੍ਹਾਂ ਨੇ ਉਸ ਕਮੇਟੀ ਦੀ ਪ੍ਰਧਾਨਗੀ ਕੀਤੀ, ਜਿਹਨੇ ਰਿਕਮੈਂਡੇਸ਼ਨ ਦਿੱਤੀ ਹੈ ਕਿ ਪਾਰਟੀ ਨੂੰ ਨਵੇਂ ਸਿਰੇ ਤੋਂ ਨਵੀਆਂ ਲੀਹਾਂ ਤੇ ਕਿਵੇਂ ਤੋਰਨਾ ਹੈ। ਤੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦਾ ਮੂਡ ਕੀ ਸੀ। ਤੇ ਲਗਾਤਾਰ ਉਦੋਂ ਖਬਰਾਂ ਛਪੀਆਂ ਸਾਰਾਦਰ, ਜਦੋਂ ਵੀ ਖਬਰ ਛਪਦੀ ਸੀ, ਪਹਿਲੀ ਗੱਲ ਇਹ ਹੁੰਦੀ ਸੀ ਕਿ ਜਿਹੜੇ ਲੋਕ ਥੱਲੇ ਪਾਰਟੀ ਦਾ ਕਾਡਰ ਗੱਲ ਕਰ ਰਿਹਾ ਹੈ, ਉਹ ਲੀਡਰਸ਼ਿਪ ਚੇਂਜ ਦੀ ਗੱਲ ਕਰ ਰਿਹਾ ਹੈ। ਔਰ ਕੱਲ ਜਿਹੜੇ ਲਫ਼ਜ਼ ਝੁੰਦਾ ਜੀ ਨੇ ਵਰਤੇ, ਉਹ ਬੜੇ ਕਮਾਲ ਤੇ ਦਿਲਚਸਪੀ ਵਾਲੀ ਗੱਲ ਮੇਰੀ ਉੱਥੇ ਬਣੀ ਆ ਕੇ ਉਹ ਕਹਿੰਦੇ ਜੀ ਇਹ ਪਾਰਟੀ ਬਣ ਗਈ ਠੱਗਾਂ ਦੀ, ਚੋਰਾਂ ਦੀ ਤੇ ਲੁਟੇਰਿਆਂ ਦੀ। ਇਸ ਤੋਂ ਸਖਤ ਲਫ਼ਜ਼ ਅੱਜ ਤੱਕ ਕਦੇ ਵੀ ਕਿਸੇ ਵੀ ਲੈਵਲ ਤੇ ਇਸ ਪਾਰਟੀ ਬਾਰੇ ਨਹੀਂ ਵਰਤੇ ਗਏ, ਜਿਹੜੀ ਕਿਸੇ ਵੇਲੇ ਪੰਥਕ ਪਾਰਟੀ ਸੀ ਔਰ ਸਿੱਖਾਂ ਦੀਆਂ ਖਾਹਿਸ਼ਾਂ ਨੂੰ ਦੀ ਤਰਜਮਾਨੀ ਕਰਦੀ ਸੀ। ਉਸ ਪਾਰਟੀ ਨੂੰ, ਜਿਹੜੀ ਇਤਿਹਾਸਿਕ ਪਾਰਟੀ ਹੈ, ਜਦੋਂ ਕੋਈ ਠੱਗਾਂ, ਲੁਟੇਰਿਆਂ ਤੇ ਚੋਰਾਂ ਦੀ ਪਾਰਟੀ ਕਹਿੰਦਾ ਹੈ, ਇਹ ਬਹੁਤ ਵੱਡੀ ਗੱਲ ਹੈ। ਔਰ ਕਹਿਣ ਵਾਲਾ ਬੰਦਾ ਕੋਈ ਸਧਾਰਨ ਨਹੀਂ ਹੈ। ਜਿਸ ਇਨਸਾਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀਗੀ ਕਿ ਸਾਨੂੰ ਇਹ ਸੁਝਾਅ ਦਿਓ ਸਾਰਿਆਂ ਨਾਲ ਗੱਲ ਕਰਕੇ ਕਿ ਪਾਰਟੀ ਨੂੰ ਪੈਰਾਂ ਸਿਰ ਦੁਬਾਰਾ ਕਿਵੇਂ ਖੜਾ ਕੀਤਾ ਜਾਵੇ, ਇਹ ਲਫ਼ਜ਼ ਉਹਨਾਂ ਨੇ ਵਰਤੇ। ਤੇ ਉਸ ਤੋਂ ਬਾਅਦ ਗੱਲ ਅੱਗੇ ਹੁਣ ਇਹ ਤੁਰ ਪੈਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਡੋਮੀਨੈਂਟ ਲੀਡਰਸ਼ਿਪ, ਮੇਰੇ ਕਹਿਣ ਤੋਂ ਭਾਵ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਤੇ ਕੱਲ ਵੀ ਉਹ ਲਾਈਨ ਕਹੀ ਗਈ, ਉਹ ਝੁੰਦਾ ਸਾਹਿਬ ਨੇ ਹੀ ਕਹੀ, ਤੇ ਕਿਹੜਾ ਬਣਦਾ ਉਹਨਾਂ ਦਾ ਤਾਂ ਇੰਨੀ ਸਾਰੀ ਗਾਲ ਕੱਢਣ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰੋ। ਲੇਕਿਨ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕੀਤੀ ਵੀ ਇਹ ਪਾਰਟੀ ਠੱਗਾ, ਲੁਟੇਰਿਆਂ ਤੇ ਚੋਰਾਂ ਦੀ ਪਾਰਟੀ ਹੈ, ਤੇ ਉਹ ਇਸ ਗੱਲ ਨਾਲ ਮੇਲ ਨਹੀਂ ਖਾਂਦੀ। ਹੁਣ ਗੱਲ ਬੜੀ ਮੁੜ ਕੇ ਫਿਰ ਖੁੱਲ ਕੇ ਸਾਹਮਣੇ ਆ ਗਈ। ਜਿਹੜਾ ਦਬਕਾ ਮਰਵਾਇਆ ਗਿਆ ਸੀ ਸੀਨੀਅਰ ਲੀਡਰਸ਼ਿਪ ਨੂੰ, ਪਾਰਟੀ ਦੀ ਇੱਕ ਮੀਟਿੰਗ ਕਰਕੇ ਜਿਹੜੀ ਸੀ ਆਪਣੀ ਜ਼ਿਲ੍ਹੇ ਜਥੇਦਾਰਾਂ ਦੀ, ਉਸ ਤੋਂ ਬਾਅਦ ਕਿ ਬੰਦੇ ਬਣ ਜਾਓ ਤੇ ਸੁਖਬੀਰ ਜੀ ਪ੍ਰਧਾਨ ਹੈ ਤੇ ਰਹਿਣਗੇ, ਇਹ ਕਹਾਇਆ ਗਿਆ ਸੀਗਾ। ਕੱਲ ਉਹਨਾਂ ਦੀ ਲੀਡਰਸ਼ਿਪ ਉਸ ਸਟੇਜ ਤੋਂ ਚੈਲੰਜ ਹੋਈ ਹੈ ਜਿਹੜੀ ਅਕਾਲੀ ਦਲ ਦੀ ਸਟੇਜ ਸੀ ਔਰ ਉਸ ਪ੍ਰਧਾਨ ਦੀ ਬਰਸੀ ਸੀ ਜਿਹਨੇ ਧਰਮਯੁੱਧ ਮੋਰਚਾ ਚਲਾਇਆ ਸੀ। ਸੋ ਇਹ ਆਪਣੇ ਆਪ ਦੇ ਵਿੱਚ ਗੱਲ ਬਹੁਤ ਮਾਇਨੇ ਰੱਖਦੀ ਹੈ। ਔਰ ਇਹਦੇ ਨਾਲ ਹੀ ਇੱਕ ਗੱਲ ਹੋਰ ਉੱਠੀ ਜੀ ਕਿ ਪਾਰਟੀ ਨੂੰ ਆਪਣੇ ਲੌਂਗੋਵਾਲ ਵਰਗੇ ਲੀਡਰ ਦੀ ਲੋੜ ਹੈ ਜਿਹੜੇ ਕੁਰਬਾਨੀ ਕਰ ਸਕਣ। ਆਪਣੇ ਲੌਂਗੋਵਾਲ ਜੀ ਦੇ ਦੋ ਪਹਿਲੂ ਹੈ, ਇੱਕ ਕੁਰਬਾਨੀ ਦਾ ਪਹਿਲੂ ਹੈ ਤੇ ਦੂਸਰਾ ਉਹਨਾਂ ਨੂੰ ਪੰਥਰਾ ਗਦਾਰ ਵੀ ਕਿਹਾ ਜਾਂਦਾ ਹੈ, ਪੰਜਾਬ ਤੇ ਪੰਥਰਾ ਗਦਾਰ ਵੀ ਕਿਹਾ ਜਾਂਦਾ ਹੈ, ਬਿਲਕੁਲ, ਜਿਹਦੇ ਕਰਕੇ ਉਹਨਾਂ ਦਾ ਕਤਲ ਹੋਇਆ ਸੀ। ਲੇਕਿਨ ਜਿਹੜੀ ਸ਼ੁਰੂ ਦੀ ਉਹਨਾਂ ਦੀ ਕੁਰਬਾਨੀ ਹੈ, ਉਹ ਰਿਕਾਰਡ ਦਾ ਪਾਰਟ ਹੈ।
ਕਿ ਕਿਵੇਂ ਉਹਨਾਂ ਨੇ ਜਦੋਂ ਟਿਕਟ ਆਫਰ ਕੀਤੀ ਜਾਂਦੀ ਸੀ ਉਹਨਾਂ ਨੇ ਲੜਨ ਤੋਂ ਨਾ ਕਰਤੀ ਸੀ। ਇਹ 2 ਵਾਰੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ। ਸੋ ਕੁਰਬਾਨੀ ਉਹ ਪਾਰਟ ਹੈ, ਗਦਾਰੀ ਵੱਖਰਾ ਪਾਰਟ ਹੈ। ਇਸ ਵੇਲੇ ਉਹਨਾਂ ਦੀ ਕੁਰਬਾਨੀ ਦੀ ਗੱਲ ਕੀਤੀ ਜਾ ਰਹੀ ਸੀਗੀ ਕਿ ਇਹ ਸਟੇਜ ਉਹਨਾਂ ਦੀ ਕੁਰਬਾਨੀ ਵਾਲੀ ਸਟੇਜ ਸੀਗੀ। ਇਕਬਾਲ ਸਿੰਘ ਝੁੰਦਾ ਜਦੋਂ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਉਹ ਵਿਰਸਾ ਸਿੰਘ ਵਲਟੋਆ ਦੇ ਨਾਲ ਬੈਠ ਕੇ ਇਸ ਗੱਲ ਦੀ ਵਿਆਖਿਆ ਕਰਦੇ ਨੇ ਕਿ ਸਾਡੀਆਂ ਸਿਫਾਰਿਸ਼ਾਂ ਦਾ ਬਿਲਕੁਲ ਮਤਲਬ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਲੈਣਾ ਨਹੀਂਗਾ। ਅਸੀਂ ਲੀਡਰਸ਼ਿਪ ਬਦਲਣ ਦੀ ਗੱਲ ਇਸ ਨਜ਼ਰੀਏ ਨਾਲ ਨਹੀਂ ਕੀਤੀ। ਉਸ ਦਿਨ ਉਹ ਮੀਡੀਆ ਨੂੰ ਕਨਵਿੰਸ ਕਰਦੇ ਨਜ਼ਰ ਆਉਂਦੇ ਆ, ਜਿੱਥੇ ਇਹ ਗੱਲ ਬਾਕੀ ਵੱਡੀ ਲੀਡਰਸ਼ਿਪ ਜਿਹੜੀ ਅੰਮ੍ਰਿਤਸਰ ਚ ਮੀਟਿੰਗ ਕਰਕੇ ਹਟੀ ਸੀ ਉਹਨਾਂ ਨੂੰ ਵੀ ਸੁਨੇਹਾ ਲਾਤਾ ਜਾਂਦਾ, ਜਿਹੜੇ ਅਗਲੇ ਦਿਨ ਬਹੁ ਗਿਣਤੀ ਆ ਵੀ ਜਾਂਦੇ। ਮਨਪ੍ਰੀਤ ਇਆਲੀ ਨੂੰ ਔਰ ਜਗਮੀਤ ਬਰਾੜ ਨੂੰ ਛੱਡ ਕੇ ਬਾਕੀ ਸਾਰੇ ਉਸ ਮੀਟਿੰਗ 'ਚ ਹਾਜ਼ਰ ਵੀ ਹੋ ਜਾਂਦੇ ਆ। ਮਨਪ੍ਰੀਤ ਇਆਲੀ ਇਹ ਕਹਿੰਦੇ ਰਹੇ ਕਿ ਮੈਨੂੰ ਤਾਂ ਸੱਦਾ ਹੀ ਨਹੀਂ ਮਿਲਿਆ, ਤੇ ਜਗਮੀਤ ਬਰਾੜ ਨੂੰ ਵੀ ਮੇਰਾ ਨਹੀਂ ਖਿਆਲ ਕਿ ਸੱਦਾ ਦਿੱਤਾ ਗਿਆ ਸੀਗਾ। ਸੋ ਝੁੰਦਾ ਸਾਹਿਬ ਦਾ ਇਹ ਯੂ ਟਰਨ, ਇਹ ਉਸ ਦਿਨ ਦੀ ਉਹਨਾਂ ਦੀ ਜਿਹੜੀ ਕਈ ਗੱਲ ਨੂੰ ਸਹੀ ਮੰਨਿਆ ਜਾਵੇਗਾ, ਜਾਂ ਕੱਲ ਜਿਹੜੀ ਉਹਨਾਂ ਨੇ ਆਪਣੇ ਘਰੇਲੂ ਸਟੇਜ, ਕਿਉਂਕਿ ਉਹ ਸੰਗਰੂਰ ਜ਼ਿਲ੍ਹੇ ਨਾਲ ਜੁੜੇ ਨੇ, ਉੱਥੋਂ ਦੇ ਜਥੇਦਾਰ ਵੀ ਨੇ, ਉਹ ਉਹਨਾਂ ਨੂੰ ਕਿਸ ਤਰਾਜੂ 'ਚ ਰੱਖੀਏ? ਹੁਣ ਉਹ ਕਹਿਣਾ ਕੀ ਚਾਹ ਰਿਹਾ? ਉਹ ਉਸ ਦਿਨ ਠੀਕ ਸੀ ਜਾਂ ਕੱਲ ਵਾਲੇ ਸੰਦਰਭ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਵੇ? ਮੇਰੇ ਖਿਆਲ ਦੇ ਵਿੱਚ ਠੀਕ ਤਾਂ ਸ਼ਹਿਰੋਂ ਦੋਵਾਂ ਥਾਵਾਂ ਤੇ ਸੀ। ਕੱਲ ਵੀ ਉਹਨਾਂ ਨੇ ਕਿਹਾ ਵੀ ਸੁਖਬੀਰ ਜੀ ਨੂੰ ਚੇਂਜ ਨਹੀਂ ਕਰਨਾ ਚਾਹੀਦਾ, ਹੱਥ ਮਜ਼ਬੂਤ ਕਰੋ। ਉਹ ਜਦ ਤੱਕ ਚੇਂਜ ਨਹੀਂ ਹੁੰਦੀ ਇਹ ਲੀਡਰ ਕਿਹਾ ਕਰਦੇ ਹੈ। ਲੇਕਿਨ ਪਿਛਲੀ ਜਿਹੜੀ ਕੋਰ ਕਮੇਟੀ ਮੀਟਿੰਗ ਸੀ ਉਹਦੇ ਵਿੱਚ ਇਹ ਗੱਲ ਬੜੀ ਖੁੱਲ੍ਹ ਕੇ ਹੋਈ ਸੀਗੀ ਕਿ ਹੁਣ ਲੋੜ ਹੈ ਇੱਕ 5 ਮੈਂਬਰੀ ਪ੍ਰੈਜ਼ੀਡੀਅਮ ਬਣਾਉਣ ਦੀ, ਜਿਹੜੀ ਪਾਰਟੀ ਦੀ ਅਗਵਾਈ ਕਰੇ। ਹੁਣ ਸੁਖਬੀਰ ਜੀ ਦਾ ਇੱਕ ਜਵਾਬ ਲਗਾਤਾਰ ਸੀਨੀਅਰ ਲੀਡਰਸ ਨੂੰ ਮਿਲਿਆ ਕਿ ਠੀਕ ਹੈ ਤੁਸੀਂ ਬਣਾਓ, ਫਿਰ ਮੈਂ ਮੁੜ ਕੇ ਨਹੀਂ ਆਉਂਦਾ, ਮੈਂ ਛੱਡ ਕੇ ਚਲਾ ਜਾਊਂਗਾ। ਹੁਣ ਗੱਲ ਅੜਦੀ ਕਿੱਥੇ ਹੈ? ਜਿੰਨੀ ਕੁ ਮੇਰੇ ਕੋਲੇ ਜਾਣਕਾਰੀ ਹੈ, ਹਜੇ ਕੋਈ ਇਹ ਗੱਲ ਖੁੱਲ੍ਹ ਕੇ ਨਹੀਂ ਕਹਿ ਰਿਹਾ ਵੀ ਸੁਖਬੀਰ ਜੀ ਜੇ ਤੁਸੀਂ ਜਾਣਾ ਹੈ ਜੀ ਸਰ ਕੇ ਚਲੇ ਜਾਓ। ਗੱਲ ਇੱਥੇ ਅੜ ਗਈ। ਇਹ ਸਾਰੇ ਕਹਿੰਦੇ ਆ ਕਿ ਜਦ ਤੱਕ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹੈਗੇ, ਇਹ ਪਾਰਟੀ ਰਿਵਾਈਵ ਨਹੀਂ ਹੋ ਸਕਦੀ। ਔਰ ਜਿਹੜੀ ਗੱਲ ਕੱਲ ਇਹਨਾਂ ਨੇ ਕਿਹਾ ਵੀ ਝੁੰਦਾ ਜੀ ਨੇ ਵੀ ਚੋਰਾਂ ਠੱਗਾਂ ਦੀ ਪਾਰਟੀ ਹੈ, ਉਹ ਚੋਰ ਠੱਗ ਸਾਰੇ ਆਏ ਕਿਸ ਵੇਲੇ ਸੀ? ਉਸ ਸੁਖਬੀਰ ਜੀ ਦੀ ਲੀਡਰਸ਼ਿਪ ਤੇ ਕੁਐਸਚਨ ਮਾਰਕ ਲਾਇਆ ਨਾ ਆਪਣੇ ਆਪ ਦੇ ਵਿੱਚ। ਉਹਨਾਂ ਨੇ ਇਹ ਗੱਲ ਕਹਿ ਕੇ ਨਾਲ ਇਹ ਗੱਲ ਕਹਿ ਦੇਣੀ ਕਿ ਉਹਨਾਂ ਦੇ ਹੱਥ ਮਜ਼ਬੂਤ ਕਰੋ, ਗੱਲ ਵੱਖਰੀ ਹੈ। ਲੇਕਿਨ ਜਿਹੜਾ ਰੂਪ ਪਾਰਟੀ ਦਾ ਉਹਨਾਂ ਨੇ ਸਟੇਜ ਤੋਂ ਪੇਸ਼ ਕੀਤਾ, ਉਹ ਆਪਣੇ ਆਪ ਦੇ ਵਿੱਚ ਜਵਾਬ ਮੰਗਦਾ ਹੈ, ਔਰ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਮੰਗ ਰਿਹਾ। ਜਿਵੇਂ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਚੇਪੀਆਂ ਲਾਉਣ ਦਾ ਵੇਲਾ ਨਹੀਂ। ਤੁਹਾਨੂੰ ਲੱਗਦਾ ਕਿਤੇ ਜਿਹੜੀ ਸੰਗਰੂਰ ਜਾਂ ਉਸ ਖਿੱਤੇ ਦੀ ਸਿਆਸਤ ਆ ਜਿਹਦੇ ਵਿੱਚ ਕਦੇ ਢੀਂਡਸਾ ਡੋਮੀਨੇਟ ਕਰਦੇ ਸੀ, ਔਰ ਢੀਂਡਸਾ ਦੇ ਜਾਣ ਤੋਂ ਬਾਅਦ ਇਹ ਲੋਕ ਬਾਕੀ ਅੱਗੇ ਆਉਂਦੇ, ਕਿਤੇ ਉਹਨਾਂ ਦਾ ਇਸ਼ਾਰਾ ਇੱਧਰ ਤਾਂ ਨਹੀਂ ਸੀ? ਅਕਾਲੀ ਦਲ ਇਹਨੂੰ ਇੰਜ ਤਾਂ ਨਹੀਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰੇਗਾ ਕਿ ਝੁੰਦਾ ਸਾਹਿਬ ਤਾਂ ਖਿੱਤੇ ਦੀ ਰਾਜਨੀਤੀ ਨੂੰ ਐਡਰੈਸ ਕਰ ਰਹੇ ਸੀਗੇ? ਦੂਜੇ ਬੰਨੇ ਹੁਣ ਜਦੋਂ ਹਾਲਾਤ ਬਦਲੇ ਆ, ਪਹਿਲਾਂ ਸੁਖਬੀਰ ਇਕੱਲੇ ਸੀਗੇ, ਹੁਣ ਬਿਕਰਮ ਸਿੰਘ ਮਜੀਠੀਆ ਵੀ ਬਾਹਰ ਆ ਚੁੱਕੇ ਆ। ਬਿਕਰਮ ਸਿੰਘ ਮਜੀਠੀਆ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਂਦੇ ਆ ਔਰ ਮਾਝੇ ਖਿੱਤੇ ਵਿੱਚ ਲਗਾਤਾਰ ਸਰਗਰਮ ਨੇ। ਉਸ ਦਿਨ ਦੇ ਇੱਕ ਦਿਨ ਵੀ ਉਹਨਾਂ ਨੇ ਇੱਕ ਘੜੀ ਵੀ ਸਾਹ ਨਹੀਂ ਲਿਆ, ਔਰ ਅਗਲੇ ਦਿਨਾਂ 'ਚ ਸ਼ਾਇਦ ਉਹ ਉਹਨਾਂ ਸਾਰੇ ਲੀਡਰਾਂ ਨੂੰ ਵੀ ਮਿਲਣਗੇ। ਉਹਨਾਂ ਇਆਲੀ ਦਾ ਨਾਮ ਵੀ ਬੜੇ ਚੰਗੇ ਸ਼ਬਦਾਂ 'ਚ ਲਿਆ ਵੀ ਮੇਰੇ ਮਿੱਤਰ ਨੇ। ਹੁਣ ਇਹਨੂੰ, ਇਸ ਕਵਾਇਦ ਨੂੰ ਤੁਸੀਂ ਸਮਝਦੇ ਹੋ ਕਿ ਇਹ ਝੁੰਦਾ ਸਾਹਿਬ ਦੇ ਅਰਥ ਵੀ ਬੇਅਰਥ ਹੋ ਜਾਣਗੇ, ਇਹ ਵੀ ਵਕਤੀ ਗੱਲ ਵਾਂਗ ਉਦਾਂ ਹੀ ਧੂੜ ਮਿੱਟੀ 'ਚ ਉੱਡ ਜਾਊਗੀ, ਸਭ ਚੀਜ਼ਾਂ ਮੈਨੇਜ ਕਰ ਲਈਆਂ ਜਾਣਗੀਆਂ ਜਦੋਂ ਬਿਕਰਮ ਮਜੀਠੀਆ ਪੂਰੇ ਤਰੀਕੇ ਨਾਲ ਲੱਗ ਰਹੇ? ਹਾਲਾਂਕਿ ਇੱਕ ਪੱਧਰ ਤੇ ਇਹ ਵੀ ਗੱਲ ਕਹੀ ਗਈ ਕਿ ਜੇ ਮਜੀਠੀਆ ਦੀ ਜਗ੍ਹਾ ਕੋਈ ਹੋਰ ਮਾਰਚ ਕਰਦਾ ਜਾਂ ਉਹਦਾ ਏਦਾਂ ਸਵਾਗਤ ਕੀਤਾ ਜਾਂਦਾ ਤਾਂ ਕੀ ਇਹਨੂੰ ਪਾਰਟੀ ਕਿਵੇਂ ਲੈਂਦੀ? ਸੰਗਰੂਰ ਬੜਾ ਅਜੀਬ ਜ਼ਿਲ੍ਹਾ ਹੈ ਅਕਾਲੀ ਸਿਆਸਤ ਦੇ ਸੰਦਰਭ ਦੇ ਵਿੱਚ ਜੀ। ਕਿਸੇ ਜ਼ਮਾਨੇ ਦੇ ਵਿੱਚ ਇਹ ਜ਼ਿਲ੍ਹਾ ਅਕਾਲੀ ਸਿਆਸਤ ਦਾ ਗੜ੍ਹ ਹੁੰਦਾ ਸੀ ਤੇ ਸਭ ਤੋਂ ਮਜ਼ਬੂਤ ਆਧਾਰ ਸੀ। ਇੱਥੇ ਕਿਸੇ ਵੇਲੇ ਸਾਰੀਆਂ ਸੀਟਾਂ ਅਸੈਂਬਲੀ ਦੇ ਵਿੱਚ ਅਕਾਲੀ ਦਲ ਜਿੱਤਦਾ ਹੁੰਦਾ ਸੀ। ਹੁਣ ਇਹ ਹਾਲਤ ਹੈ ਕਿ ਸਾਰੀਆਂ ਹੀ ਹਾਰਦਾ। ਇਹ ਪਾਰਟੀ ਦੀ ਜਿਹੜੀ ਓਵਰ ਦੀ ਈਅਰਸ ਸਿਚੁਏਸ਼ਨ ਬਦਲੀ ਹੈ, ਉਹ ਸੰਗਰੂਰ ਤੋਂ ਹੀ ਰਿਫਲੈਕਟ ਹੁੰਦੀ ਹੈ। ਤੋ ਝੁੰਦਾ ਸਾਹਿਬ ਨੇ ਸਾਰਾ ਕੁਝ ਆਪਣੇ ਸਾਹਮਣੇ ਦੇਖਿਆ ਹੋਇਆ। ਗੱਲ ਆ ਜਾਂਦੀ ਹੈ ਫਿਊਚਰ ਦੀ, ਜਿਹੜੀ ਇਹ ਜਨਰੇਸ਼ਨ ਹੈ ਇਹਨਾਂ ਦਾ ਕੰਮ ਤਾਂ ਹੋ ਗਿਆ ਜੀ। ਗੱਲ ਤਾਂ ਅੱਗੇ ਦੀ ਹੈ ਬਈ ਅੱਗੇ ਪਾਰਟੀ ਕਿਵੇਂ ਤੋਰਨੀ ਹੈ। ਜਿਸ ਬੰਦੇ ਨੇ ਇੱਕ ਸਾਰੀਆਂ ਹਲਕਿਆਂ ਦੇ ਵਿੱਚ ਘੁੰਮ ਕੇ ਇੱਕ ਰਿਪੋਰਟ ਤਿਆਰ ਕੀਤੀ ਹੈ ਤੇ ਲੋਕਾਂ ਦਾ ਮੂਡ ਦੇਖਿਆ ਹੈ,
ਉਹ ਕਹਿ ਰਿਹਾ ਕਿ ਭਾਈ ਹੁਣ ਕੁਰਬਾਨੀ ਦਾ ਵਕਤ ਆ ਗਿਆ ਹੈ, ਕੁਰਬਾਨੀ ਵਾਲੀ ਲੀਡਰਸ਼ਿਪ ਚਾਹੀਦੀ ਹੈ। ਤੇ ਗੱਲ ਇੱਥੇ ਮੁੱਕਦੀ ਆ ਕੇ, ਜਿਹੜੀ ਗੱਲ ਤੁਸੀਂ ਕੀਤੀ ਬਿਕਰਮ ਸਿੰਘ ਮਜੀਠੀਆ ਦੀ, ਤੇ ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਮੈਨੂੰ ਅਯਾਲੀ ਜੀ ਮਿਲਦੇ ਰਹੇ ਆ ਤੇ ਮੇਰੇ ਤਾਂ ਭਰਾ ਹੈਗੇ, ਉਹਨਾਂ ਦੇ ਖਿਲਾਫ ਉਹ ਇੱਕ ਲਫ਼ਜ਼ ਵੀ ਨਹੀਂ ਬੋਲੇ। ਇਸ ਤੋਂ ਗੱਲ ਅੱਗੇ ਜਿਹੜੀ ਗੱਲ ਹੋਰ ਆਉਂਦੀ ਹੈ, ਇੱਕ ਇਹ ਕਿਹਾ ਜਾ ਰਿਹਾ ਹੈ ਕਿ ਆਪਣੇ ਰਾਸ਼ਟਰਪਤੀ ਦੀ ਇਲੈਕਸ਼ਨ ਬਾਈਕਾਟ ਕਰਨ ਤੋਂ ਪਹਿਲਾਂ ਜੀ ਅਯਾਲੀ ਜੀ ਨੇ ਵਿਕਰਮ ਨੂੰ ਕਨਵੇ ਕਰਤਾ ਸੀ ਕਿ ਮੈਂ ਇਹ ਸਟੈਂਡ ਲੈਣ ਲੱਗਿਆ। ਤੇ ਵਿਕਰਮ ਮਜੀਠੀਆ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਅਯਾਲੀ ਹੋਰਾਂ ਨੂੰ ਨਹੀਂ ਰੋਕਿਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਮੇਰੇ ਖਿਆਲ ਦੇ ਵਿੱਚ। ਵਿਕਰਮ ਮਜੀਠੀਆ ਦਾ ਅਯਾਲੀ ਨੂੰ ਨਾ ਰੋਕਣਾ, ਜਿਨ੍ਹਾਂ ਨਾਲ ਉਹਨਾਂ ਦੇ ਬਹੁਤ ਵਧੀਆ ਸੰਬੰਧ ਹੈਗੇ ਹੈ, ਬਿਲਕੁਲ, ਕਿ ਭਾਈ ਤੁਸੀਂ ਆਹ ਨਾ ਕਰੋ, ਇਹ ਬਹੁਤ ਮੀਨਿੰਗਫੁਲ ਹੈ। ਇਹਦਾ ਮਤਲਬ ਕੀ ਹੈ ਕਿ ਪਾਵਰ ਸਟਰਗਲ ਕੀ ਵਿਦਨ ਦੀ ਫੈਮਿਲੀ ਵੀ ਚੱਲ ਪਈ ਹੈ। ਕਿਉਂ ਇਹ ਗੱਲ ਪਹਿਲਾਂ ਵੀ ਕੀਤੀ ਜਾ ਰਹੀ ਸੀਗੀ ਕਿ ਮਾਝਾ ਡੋਮੀਨੇਟ ਕਰ ਰਿਹਾ, ਤੇ ਉਹਨਾਂ ਨੇ ਇਹ ਸਾਰੇ ਕੰਟਰੋਵਰਸੀ ਤੇ ਹੁਣ ਤੱਕ ਇੱਕ ਲਫ਼ਜ਼ ਵੀ ਨਹੀਂ ਕਿਹਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਔਰ ਮੋਰਓਵਰ ਜਿਹੜਾ ਸਵਾਲ ਵੀ ਬਣਦਾ ਹੈ ਕਿ ਹੁਣ ਤੱਕ ਜੋ ਦਿਸ ਰਿਹਾ, ਜੇਕਰ ਮੰਨ ਲਓ ਸੁਖਬੀਰ ਜੀ ਦੇ ਖਿਲਾਫ ਇੱਕ ਵਾਰੀ ਇੱਥੋਂ ਤੱਕ ਨੌਬਤ ਆ ਜਾਏ ਕਿ ਬਦਲੇ ਹੀ ਜਾਣੇ ਚਾਹੀਦੇ ਆ ਪਾਰਟੀ ਦੀ ਬਿਹਤਰੀ ਲਈ, ਉਹਨਾਂ ਨੂੰ ਕਨਵਿੰਸ ਕਰੇ ਪਾਰਟੀ ਸਾਰੀ ਦੀ ਸਾਰੀ, ਔਰ ਵੱਡੇ ਲੀਡਰ ਸਿਰ ਜੋੜ ਕੇ ਰਿਕੁਐਸਟ ਉਹਨਾਂ ਨੂੰ ਕਰਨ, ਤਾਂ ਸ਼ਾਇਦ ਵਿਕਰਮ ਮਜੀਠੀਆ ਨਵੀਂ ਰਜੀਮ ਦੇ ਵਿੱਚ, ਨਵੇਂ ਤਰੀਕੇ ਦੇ ਵਿੱਚ ਆਪਣੇ ਆਪ ਨੂੰ ਫਿਰ ਪ੍ਰਭਾਵਸ਼ਾਲੀ ਰੋਲ 'ਚ ਦੇਖਣਾ ਚਾਹਣਗੇ। ਇਹ ਵੀ ਇੱਕ ਸਟਰਗਲ ਹੈ। ਲੀਡਰਸ਼ਿਪ ਤਾਂ ਉਹਨਾਂ ਨੂੰ ਰਿਕੁਐਸਟ ਕਰ ਚੁੱਕੀ ਹੈ, ਇਹ ਕਹਿ ਕੇ ਕਿ ਪਾਰਟੀ ਨੂੰ ਇਸ ਵੇਲੇ ਕਲੈਕਟਿਵ ਲੀਡਰਸ਼ਿਪ ਦੀ ਲੋੜ ਹੈ। ਇਹ ਕਹਿਣ ਦਾ ਤਰੀਕਾ ਹੁੰਦਾ ਹੈ, ਸਿੱਧਾ ਤਾਂ ਕਿਹਾ ਨਹੀਂ ਜਾਂਦਾ ਵੀ ਤੁਸੀਂ ਛੱਡ ਕੇ ਪਾਸੇ ਹੋ ਜਾਓ। ਇਹ ਉਹਨਾਂ ਨੂੰ ਸੁਝਾਅ ਮੀਟਿੰਗ ਦੇ ਵਿੱਚ ਦਿੱਤਾ ਗਿਆ ਹੈ, ਔਰ ਸੀਨੀਅਰ ਲੀਡਰ ਨੇ ਦਿੱਤਾ ਹੈ ਕਿ ਲੋੜ ਇਸ ਵੇਲੇ ਪ੍ਰੈਜ਼ੀਡੀਅਮ ਬਣਾਉਣ ਦੀ। ਉਹ ਕਹਿੰਦੇ ਮੈਂ ਮੁੜ ਕੇ ਨਹੀਂ ਆਉਣਾ। ਮੈਨੂੰ ਇਸ ਗੱਲੋਂ ਹੈਰਾਨੀ ਹੈ ਸੁਖਬੀਰ ਜੀ ਪਾਰਟੀ ਪ੍ਰਧਾਨਗੀ ਤੇ ਕਿਉਂ ਅੜੇ ਹੋਏ ਆ, ਜਦੋਂ ਪਤਾ ਹੈ ਜਾਂ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਹੁੰਦਿਆਂ ਪਾਰਟੀ ਰਿਵਾਈਵ ਨਹੀਂ ਹੋ ਸਕਦੀ, ਭਾਵੇਂ 3 ਸੀਟਾਂ ਹੀ ਰਹਿ ਗਈਆਂ ਹੋਣ। ਕਿ ਇਹਦੇ ਪਿੱਛੇ ਕੋਈ ਹੋਰ ਇੰਟਰਸਟ ਵੀ ਹੋ ਸਕਦਾ ਹੈ, ਜਦੋਂ ਇੰਨੀ ਜਿੱਦ ਕੀਤੀ ਜਾ ਰਹੀ ਹੈ ਕਿ ਪਾਰਟੀ ਦੀ ਪ੍ਰਧਾਨਗੀ ਬਾਦਲ ਪਰਿਵਾਰ ਦੇ ਵਿੱਚ ਹੀ ਰਹੇ। ਸੋ ਇਹ ਗੱਲਾਂ ਸਾਰੀਆਂ ਪਾਰਟੀ ਨੂੰ ਬੈਠ ਕੇ ਵਿਚਾਰਨ ਦੀ ਗੱਲ ਹੈ। ਇਸ਼ੂ ਪੰਥ ਦੇ ਪੰਜਾਬ ਦਾ ਹੈ। ਗੱਲ ਇਹ ਨਹੀਂ ਹੈ ਕਿ ਸੁਖਬੀਰ ਜੀ ਪਾਰਟੀ ਦੇ ਪ੍ਰਧਾਨ ਰਹਿੰਦੇ ਜਾਂ ਨਹੀਂ ਰਹਿੰਦੇ। ਜ਼ਰੂਰੀ ਕੀ ਹੈ, ਪਾਰਟੀ ਦਾ ਭਵਿੱਖ ਜ਼ਰੂਰੀ ਹੈ ਜਾਂ ਸੁਖਬੀਰ ਜੀ ਦੀ ਪ੍ਰਧਾਨਗੀ ਜ਼ਰੂਰੀ ਹੈ? ਇਹ ਫੈਸਲਾ ਪਾਰਟੀ ਦੇ ਲੀਡਰ ਨੇ ਕਰਨਾ। ਅੱਛਾ, ਵੈਸੇ ਤੁਸੀਂ ਅਕਾਲੀ ਲੀਡਰਸ਼ਿਪ ਨੂੰ ਗਾਹੇ ਬਗਾਹੇ ਅਗਾਹ ਵੀ ਕਰਦੇ ਰਹੇ ਹੋ, ਔਰ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਨਿੱਜੀ ਹੈਸੀਅਤ ਦੇ ਵਿੱਚ ਉਹਨਾਂ ਦੇ ਕਈ ਲੀਡਰ ਤੁਹਾਡੇ ਤੋਂ ਸਲਾਹ ਲੈਂਦੇ ਵੀ ਹੈ। ਤੁਹਾਡੇ ਇਤਿਹਾਸਕਾਰ ਹੋਣ ਕਰਕੇ ਜਾਂ ਪਰਿਸਥਿਤੀਆਂ ਨੂੰ ਸਮਝਣ ਕਰਕੇ ਮੈਨੂੰ ਪਤਾ ਹੈ ਕਿ ਉਹਨਾਂ ਦੇ ਵੱਡੇ ਸਲਾਹਕਾਰ ਵੀ ਤੁਹਾਡੇ ਸੰਪਰਕ 'ਚ ਰਹਿੰਦੇ ਨੇ। ਤੁਹਾਨੂੰ ਕੀ ਲੱਗਦਾ ਇਸ ਮੌਕੇ ਤੇ, ਜੇ ਤੁਹਾਡੀ ਸਲਾਹ ਹੀ ਉਹਨਾਂ ਮੰਨਣੀ ਹੋਵੇ ਤੇ ਅਕਾਲੀ ਦਲ ਕੋਲ ਹੁਣ ਬਚਦਾ ਕਿਹੜਾ ਬਦਲ? ਸਭ ਤੋਂ ਬਿਹਤਰ ਜਿਹੜੀ ਸਰਵਾਈਵਲ ਦੀ ਲੜਾਈ ਹੈ, ਮੁੜ ਕੇ ਖੜੇ ਹੋਣ ਦੀ ਲੜਾਈ ਹੈ, ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਪ੍ਰਭਾਵੀ ਹੋਣ ਦੀ ਲੜਾਈ ਹੈ, ਤੇ ਮੁੜ ਸੱਤਾ 'ਚ ਪਰਤਣ ਦੀ ਲੜਾਈ ਹੈ। ਤੁਹਾਨੂੰ ਕਿਵੇਂ ਲੱਗਦਾ? ਤੁਸੀਂ ਉਹਨਾਂ ਨੂੰ ਕੀ ਸਲਾਹ ਦਿੰਦੇ ਹੋ? ਨਹੀਂ, ਪਹਿਲੀ ਗੱਲ ਤਾਂ ਹੈ ਕਿ ਮੈਂ ਕਿਸੇ ਦਾ ਵੀ ਸਲਾਹਕਾਰ ਕਦੇ ਵੀ ਨਹੀਂ ਹੋਇਆ ਜੀ। ਐਜ ਏ ਜਰਨਲਿਸਟ ਮੇਲ ਜੋਲ ਇਹ ਨਾਰਮਲ ਹੁੰਦਾ ਹੈ ਜੀ, ਔਰ ਹਰ ਲੈਵਲ ਤੇ ਹੁੰਦਾ ਹੈ। ਵਿਊਜ਼ ਐਕਸਚੇਂਜ ਕਰਨ ਨਾਰਮਲ ਹੁੰਦਾ ਹੈ। ਮੈਂ ਆਪਣੇ ਆਪ ਬਾਰੇ ਬੜਾ ਕਲੀਅਰ ਹੈ ਕਿ ਜਰਨਲਿਸਟ ਕਿਸੇ ਦਾ ਐਡਵਾਈਜ਼ਰ ਨਹੀਂ ਹੋ ਸਕਦਾ। ਹਰ ਲੀਡਰ ਦੀਆਂ ਆਪਣੀਆਂ ਕੰਪਲਸ਼ਨ ਹੈ ਕਿ ਉਹਨੇ ਸਿਆਸਤ ਕਿਵੇਂ ਚਲਾਉਣੀ ਹੈ। ਜੀ, ਯਾਰੀ ਦੋਸਤੀ ਬੈਂਡ ਉੱਠਣ ਹਰ ਲੈਵਲ ਤੇ ਹੁੰਦਾ ਹੈ, ਔਰ ਜਰਨਲਿਸਟ ਦਾ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਜਦ ਤੱਕ ਨਹੀਂ ਮਿਲਦੇ ਤੁਹਾਨੂੰ ਉਹ ਨਹੀਂ ਮਿਲ ਸਕਦੀ। ਸੋ ਮੇਰਾ ਰੋਲ ਇਸ ਤੋਂ ਜ਼ਿਆਦਾ ਕੁਛ ਨਹੀਂ। ਹਾਂ, ਫੈਸਲਾ ਇਹਨਾਂ ਦੇ ਲੀਡਰਾਂ ਨੇ ਕਰਨਾ ਹੈ ਕਿ ਅੱਜ ਦੀ ਸਿਚੁਏਸ਼ਨ ਦੇ ਵਿੱਚ ਸਾਨੂੰ ਕਿਹੋ ਜਿਹਾ ਲੀਡਰ ਚਾਹੀਦਾ ਹੈ। ਇਹ ਆਪਸ 'ਚ ਬੈਠ ਕੇ ਫੈਸਲਾ ਕਰਨ। ਜਿਹਨੂੰ ਪੰਥ ਦਾ ਘੱਟੋ ਘੱਟ ਈਡੀਅਮ ਤਾਂ ਆਉਂਦਾ ਹੋਵੇ ਨਾ। ਜਿਹੜੀ ਇਸ ਤਰ੍ਹਾਂ ਦੀ ਲੀਡਰਸ਼ਿਪ ਹੈਗੀ ਹੈ, ਮੈਨੂੰ ਇਹ ਕਹਿਣਾ ਪੈਂਦਾ ਹੈ ਕਿ ਪੰਥਕ ਈਡੀਅਮ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨਹੀਂ ਸੀ ਆਉਂਦਾ। ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਬਿਲਕੁਲ ਹੀ ਕੋਰੇ ਸੀਗੇ। ਹਾਂ, ਬਿਕਰਮ ਸਿੰਘ ਮਜੀਠੀਆ ਨੂੰ ਪੰਥਕ ਈਡੀਅਮ ਜ਼ਰੂਰ ਆਉਂਦਾ, ਕਿਉਂਕਿ ਉਹ ਜਿਹੜੇ ਬਾਝੇ ਦੇ ਲੀਡਰ ਹੁੰਦੇ ਆ ਨਾ,
ਉਹਨਾਂ ਦਾ ਇੱਕ ਨਾਰਮਲ ਜਿਹੜਾ ਸਟਾਈਲ ਹੈ ਬੋਲ ਚੱਲਦਾ ਪੰਥਕ ਹੋ ਜਾਂਦਾ। ਉਹਨਾਂ ਕੋਲ ਪੰਥਕ ਈਡੀਅਮ ਹੈ, ਇਹਨਾਂ ਕੋਲ ਨਹੀਂ ਹੈ ਮਾਲਵੇ ਵਾਲੇ ਕੋਲ, ਬਾਦਲ ਫੈਮਿਲੀ ਦੇ ਵਿੱਚ। ਸੋ ਇਹ ਫਰਕ ਹੈ। ਸੋ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਹੁੰਦਾ ਕਿ ਇਸ ਵੇਲੇ ਉਹ ਲੀਡਰ ਚਾਹੀਦੇ ਹੈ ਜਿਹੜੇ ਪੰਥਕ ਈਡੀਅਮ ਦੇ ਵਿੱਚ ਗੱਲ ਕਰ ਸਕਣ ਤੇ ਪੰਥ ਦੇ ਇੰਟਰਸਟ, ਪੰਜਾਬ ਦੇ ਇੰਟਰਸਟ ਅੱਗੇ ਲਿਜਾ ਸਕਣ, ਆਪਣੇ ਇੰਟਰਸਟ ਛੱਡ ਕੇ। ਜਿਹੜੀ ਲੜਾਈ ਹੈ ਬੜੇ ਕ੍ਰੂਸ਼ਲ ਦੌਰ 'ਚ ਦਾਖਲ ਹੋ ਗਈ ਹੈ, ਔਰ ਜਿੱਥੋਂ ਜਾ ਕੇ ਪਹਿਲਾਂ ਮੁੜੀ ਆ, ਜਿਵੇਂ ਮੀਟਿੰਗਸ ਦਾ ਦੌਰ ਚੱਲਿਆ, ਜਿੱਥੋਂ ਮੁੜੀ ਹੈ ਜਾ ਕੇ ਉੱਥੇ ਜਿਹੜੇ ਇਹ ਲੋਕ ਵਿਰੋਧ ਕਰ ਰਹੇ ਸੀ, ਇਹਨਾਂ ਕੋ ਖੜੇ ਹੋਣਾ ਸਵਾਲ ਬਣ ਗਿਆ ਵੀ ਇਹ ਖੜੇ ਹੋ ਪਾਉਣਗੇ ਕਿ ਨਹੀਂ। ਲੇਕਿਨ ਜਿਹੜਾ ਸਵਾਲ ਤੁਸੀਂ ਨਵਾਂ ਖੜਾ ਕਰਤਾ ਕਿ ਬਿਕਰਮ ਸਿੰਘ ਮਜੀਠੀਆ ਕੋਲ ਪੰਥਕ ਸਮਝ ਹੈਗੀ ਆ ਤੇ ਉਹਦੀ ਬੋਲਬਾਣੀ ਤੇ ਲਹਿਜੇ ਦੇ ਵਿੱਚੋਂ ਝਲਕਦੀ ਆ, ਇਹ ਲੜਾਈ ਕਿਤੇ ਇੱਧਰ ਨੂੰ ਤਾਂ ਨਹੀਂ ਤੁਰਦੀ ਦਿਸਦੀ? ਕੀ ਕਿਤੇ ਅਖੀਰ ਦੇ ਵਿੱਚ ਇਹ ਗੱਲ ਤਾਂ ਨਹੀਂ ਮੰਨ ਲਈ ਜਾਊਗੀ ਕਿ ਚਲੋ ਸੁਖਬੀਰ ਜੀ ਤੁਸੀਂ ਪਾਸੇ ਹੋ ਜਾਓ, ਪਰਿਵਾਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਕਾਰਜਕਾਰੀ ਤੌਰ ਤੇ ਜ਼ਿੰਮੇਵਾਰੀ ਦੇ ਕੇ ਦੇਖ ਲਈਏ? ਗੱਲ ਇਸ ਵੇਲੇ ਚੱਲ ਰਹੀ ਹੈ ਜੀ ਸਿਰਫ ਪੰਥਕ ਲੀਡਰਸ਼ਿਪ ਦੀ ਤੇ ਪ੍ਰੈਜ਼ੀਡੀਅਮ ਲੀਡਰਸ਼ਿਪ ਦੀ, ਵੀ ਪਹਿਲਾਂ 6 ਮਹੀਨੇ ਪਾਰਟੀ ਰਿਵਾਈਵ ਕਰ ਲਈਏ ਤੇ ਉਸ ਤੋਂ ਬਾਅਦ ਦੇਖੀਏ ਕਿ ਨਵੀਂ ਲੀਡਰਸ਼ਿਪ ਕਿਹੜੀ ਲੈ ਕੇ ਆਉਣੀ ਹੈ। ਏਜੰਡਾ ਇਸ ਵੇਲੇ ਇਹ ਨਹੀਂ ਹੈ ਕਿ ਕਿਹਨੂੰ ਪ੍ਰਧਾਨ ਬਣਾਇਆ ਜਾਵੇ, ਕਿਹਨੂੰ ਐਕਟਿੰਗ ਪ੍ਰਧਾਨ ਬਣਾਇਆ ਜਾਵੇ। ਇਸ ਵੇਲੇ ਏਜੰਡਾ ਹੈ ਕਿ ਕਲੈਕਟਿਵ ਲੀਡਰਸ਼ਿਪ ਸਾਹਮਣੇ ਲਿਆ ਕੇ ਪਾਰਟੀ ਰਿਵਾਈਵ ਕਿਵੇਂ ਕੀਤੀ ਜਾਵੇ। 5 ਬੰਦੇ ਲੱਭਣੇ ਤੇ ਪੰਜਾਂ ਦਾ ਆਪਸ ਵਿੱਚ ਕੋਈ ਵਿਰੋਧ ਨਾ ਹੋਣਾ, ਇਹ ਵੀ ਬੜੀ ਵੱਡੀ ਗੱਲ ਆ। ਤੇ ਜੇਕਰ ਇਹਦੇ ਉੱਤੇ ਹੀ ਸਹਿਮਤੀ ਬਣਾਉਣੀ ਹੋਵੇ ਅਕਾਲੀ ਦਲ ਦੇ ਅੰਦਰ, ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਕੋਈ 5 ਬੰਦੇ ਚੁਣਨੇ ਵੀ ਹੋਣ, ਤਾਂ ਤੁਹਾਨੂੰ ਲੱਗਦਾ ਕਿ ਇਸ ਵੇਲੇ ਕੋਈ ਐਸੇ ਬੰਦੇ ਆ ਜਿਹੜੇ ਜੋ ਮਰਜ਼ੀ ਹਨੇਰੀ 'ਚ ਖੜਾਵੇ ਲੇਕਿਨ ਉਹ ਮੁੜ ਕੇ ਬਾਦਲ ਪਰਿਵਾਰ ਨੂੰ ਸੱਤਾ ਸੌਂਪ ਸਕਣ ਖੜੀ ਕਰਕੇ ਪਾਰਟੀ ਨੂੰ? ਤੇ ਲੋਕ ਜੇ ਇਸ ਤਰ੍ਹਾਂ ਦੀ ਕੋਈ ਅੱਖਾਂ ਪੂੰਝਣ ਵਾਲੀ ਕਵਾਇਦ ਹੁੰਦੀ ਹੈ ਉਹਨੂੰ ਮੰਨ ਲੈਣਗੇ, ਉਹਦੇ ਨਾਲ ਜੁੜ ਜਾਣਗੇ। ਅਕਾਲੀ ਦਲ ਦੀ ਸਰਵਾਈਵਲ ਤੇ ਰਿਵਾਈਵਲ ਇਹ ਦੋਨੇ ਸੰਭਵ ਹੋ ਸਕਣਗੀਆਂ। ਇੱਕ ਵਾਰੀ ਐਕਸਰਸਾਈਜ਼ ਸ਼ੁਰੂ ਹੋਵੇ, ਉਸ ਤੋਂ ਬਾਅਦ ਇਹ ਪ੍ਰੋਸੈਸ ਕਿਵੇਂ ਨਿਬੜਦਾ ਹੈ ਗੱਲ ਉਹਦੀ ਹੈ। ਫਿਲਹਾਲ ਬਾਦਲ ਪਰਿਵਾਰ ਬਾਰੇ ਕੁਝ ਵੀ ਕਹਿਣਾ ਕਿ ਉਹ ਵਾਪਸ ਆ ਸਕਦੇ ਕਿ ਨਹੀਂ, ਪਹਿਲਾ ਇਸ਼ੂ ਇਹ ਨਹੀਂ ਹੈ। ਪਹਿਲਾ ਇਸ਼ੂ ਪਾਰਟੀ ਦੀ ਰਿਵਾਈਵਲ ਹੈ। ਵੈਸੇ ਦੇਖਦੇ ਹੋ ਤੁਸੀਂ ਇਹਨੂੰ? ਪਾਰਟੀ ਦੀ ਰਿਵਾਈਵਲ ਤਾਂ ਪੋਸੀਬਲ ਹੈ, ਲੀਡਰਸ਼ਿਪ ਬਦਲ ਦਿਓ ਤੇ ਮੇਰੇ ਖਿਆਲ 'ਚ ਪਾਰਟੀ ਰਿਵਾਈਵ ਹੋ ਜਾਏਗੀ। ਪਾਰਟੀ ਦਾ ਏਜੰਡਾ ਪ੍ਰੋ ਪੀਪਲ ਆ ਜਾਏ ਤੇ ਪਾਰਟੀ ਦੇ ਵਿੱਚ ਲੀਡਰ ਸਾਹਮਣੇ ਉਹ ਆਉਣ ਜਿਨ੍ਹਾਂ ਦਾ ਕਿਰਦਾਰ ਸ਼ੱਕੀ ਨਹੀਂ ਹੈ ਕਿਸੇ ਗੱਲ ਤੇ ਵੀ, ਤੇ ਮੇਰੇ ਖਿਆਲ ਦੇ ਵਿੱਚ ਪਾਰਟੀ ਤੁਰ ਪੈਂਦੀ ਹੈ। ਪੰਜਾਬ ਨੂੰ ਅਕਾਲੀ ਦਲ ਦੀ ਇਸ ਵੇਲੇ ਬਹੁਤ ਲੋੜ ਹੈ। ਜਿਹੜੀ ਹਾਲਤ ਕਾਂਗਰਸ ਦੀ ਵੀ ਬਣੀ ਹੋਈ ਹੈ ਤੇ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਉਹਦੇ 'ਚ ਅਕਾਲੀ ਦਲ ਦੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ। ਉਹਦੇ ਵਾਸਤੇ ਪਾਰਟੀ ਨੂੰ ਰਿਵਾਈਵ ਕਰਨਾ ਬਹੁਤ ਜ਼ਰੂਰੀ ਹੈ, ਔਰ ਰਿਵਾਈਵ ਕਰਨ ਵਾਸਤੇ ਵੱਡੇ ਫੈਸਲੇ ਲੈਣੇ ਪੈਣੇ। ਲੋਕਾਂ ਦੇ ਲੈਵਲ ਦੇ ਉੱਤੇ ਇਸ ਵੇਲੇ ਕੋਈ ਕਿਸੇ ਵੀ ਤਰ੍ਹਾਂ ਦੀ ਸਿਰਫ ਰਸਮ ਕਰਕੇ ਅੱਗੇ ਵਧਿਆ ਜਾ ਸਕਦਾ? ਵੱਡੀ ਗੱਲ ਇਹ ਕਿ ਮੁੱਦੇ ਵੀ ਜੇ ਐਡਰੈਸ ਕਰਨੇ ਹੋਣ ਤੇ ਤੁਹਾਨੂੰ ਰਵਾਇਤ ਵਾਂਗ ਨਹੀਂ ਚੱਲਣਾ, ਦਿਖਾਵਾ ਨਹੀਂ ਕਰਨਾ ਪਊਗਾ, ਤੁਹਾਨੂੰ ਨਿੱਠ ਕੇ ਲੜਨਾ ਪਊਗਾ, ਲੋਕਾਂ ਦੇ ਵਿੱਚ ਬਹਿ ਕੇ ਲੜਨਾ ਪਊਗਾ। ਤੁਹਾਨੂੰ ਲੱਗਦਾ ਕਿ ਲੋਕ ਪ੍ਰਵਾਨਗੀ ਦੇ ਦਿੰਦੇ ਆ ਐਵੇਂ ਉਸੇ ਲੀਡਰਸ਼ਿਪ ਨੂੰ ਜਾਂ ਉਸੇ ਤਰ੍ਹਾਂ ਦੀ ਲੀਡਰਸ਼ਿਪ ਨੂੰ ਜਿਹੜੀ ਸਿਰਫ ਤੇ ਸਿਰਫ, ਕਿਉਂਕਿ ਇਸ ਵੇਲੇ ਬਹੁਤ ਔਖਾ ਮਾਮਲਾ ਹੈ ਲੋਕਾਂ ਨੂੰ ਇਹ ਸਮਝਾਉਣਾ ਕਿ ਅਸੀਂ ਤੁਹਾਡੇ ਨਾਲ, ਅਸੀਂ ਲੜਾਂਗੇ ਤੁਹਾਡੇ ਲਈ, ਕਿਉਂਕਿ ਧੋਖਿਆਂ ਦੀ ਵੀ ਇੱਕ ਲੰਬੀ ਲੜਾਈ ਹੈ, ਸਿਲਸਿਲਾ ਵਾ। ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਸਮਝਾਉਣਾ ਇੰਨਾ ਆਸਾਨ ਹੋ ਜਾਊਗਾ ਜਿਵੇਂ ਤੁਸੀਂ ਸਮਝਦੇ ਹੋ ਕਿ ਲੀਡਰਸ਼ਿਪ ਬਦਲ ਕੇ ਹੋ ਸਕਦਾ ਹੈ 2024 ਦੇ ਵਿੱਚ ਇਲੈਕਸ਼ਨ ਦੇ ਵਿੱਚ ਵੀ ਕੋਈ ਜਿਹੜੇ ਤੁਹਾਨੂੰ ਲੱਗਦਾ ਕਿ ਵੱਖਰੇ ਨਤੀਜੇ ਹੋ ਸਕਦੇ ਆ ਅਕਾਲੀ ਦਲ ਵੱਲੋਂ? ਨਹੀਂ, 1997 ਤੋਂ ਬਾਅਦ ਲਗਾਤਾਰ ਅਕਾਲੀ ਦਲ ਨੇ ਲੋਕਾਂ ਦਾ ਵਿਸ਼ਵਾਸ ਗਵਾਇਆ। ਸੋ ਉਹਦਾ ਨਤੀਜਾ ਅਲਟੀਮੇਟਲੀ ਸਭ ਦੇ ਸਾਹਮਣੇ ਹੈ। ਗੱਲ ਸਿਰਫ ਬੰਦਿਆਂ ਦੀ ਨਹੀਂ ਹੈ ਕਿ ਨਵੇਂ ਲੀਡਰ ਲੈ ਕੇ ਆਓ, ਇੱਕ ਨਵਾਂ ਏਜੰਡਾ। ਜਿਹੜੀ ਗੱਲ ਮੈਂ ਕਹਿੰਦਾ ਪ੍ਰੋ ਪੀਪਲ ਪੋਲਿਟਿਕਸ, ਜਦ ਤੱਕ ਪ੍ਰੋ ਪੀਪਲ ਪੋਲਿਟਿਕਸ ਨਹੀਂ ਆਉਂਦੀ ਤੇ ਉਹਦੇ ਨਾਲ ਨਵੇਂ ਲੀਡਰ ਨਹੀਂ ਆਉਂਦੇ, ਉਨੀ ਦੇਰ ਇਹ ਪਾਰਟੀ ਰਿਵਾਈਵ ਨਹੀਂ ਹੁੰਦੀ ਤੇ ਲੋਕਾਂ ਦਾ ਵਿਸ਼ਵਾਸ ਇਹ ਤੇ ਨਹੀਂ ਬਣਦਾ। ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕਰਨ ਵਾਸਤੇ ਕੁਰਬਾਨੀ ਦੀ ਲੋੜ ਹੈ। ਸਭ ਤੋਂ ਵੱਡਾ ਸਵਾਲ ਤੇ ਆਖਰੀ ਸਵਾਲ ਅਕਾਲੀ ਦਲ ਦੇ ਨਜ਼ਰੀਓਂ, ਮੈਨੂੰ ਲੱਗਦਾ ਹੈ ਕਿ ਕਿਸੇ ਵੀ ਹੋਰ ਇਲੈਕਸ਼ਨ ਨਾਲੋਂ ਜ਼ਿਆਦਾ ਅਹਿਮ ਇਲੈਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਊਗੀ। ਜਦੋਂ ਵੀ ਹੁੰਦੀ ਹੈ, ਉਹ ਸਾਲ 'ਚ ਹੁੰਦੀ ਹੈ, 6 ਮਹੀਨੇ 'ਚ ਹੁੰਦੀ ਹੈ ਜਾਂ 1.5 ਸਾਲ 'ਚ ਹੁੰਦੀ ਹੈ। ਇਸ ਵੇਲੇ ਕੋਈ ਵੀ ਹੋਰ ਧਿਰ ਜਿਹਦੇ ਕੋਲ ਏਡਾ ਵੱਡਾ ਨੈਟਵਰਕ, ਲੋਕਾਂ ਦਾ ਇੱਕ ਸਮੂਹ, ਉਹਦੇ ਵਰਕਰ ਜਾਂ ਬਾਕੀ ਉਹ ਹੈ ਨਹੀਂ,
ਤੇ ਅਕਾਲੀ ਦਲ ਨੂੰ ਸਭ ਤੋਂ ਸੌਖੀ ਜਿੱਤ ਆਪਣੀ ਰਿਵਾਈਵਲ ਲਈ ਸਭ ਤੋਂ ਸੌਖੀ ਜਿੱਤ ਸ਼੍ਰੋਮਣੀ ਕਮੇਟੀ ਦੇ ਵਿੱਚ ਹਾਸਲ ਹੋ ਸਕਦੀ ਹੈ, ਕਿਉਂਕਿ ਬਾਕੀ ਕੋਈ ਧੜਾ ਉਸ ਤਰੀਕੇ ਦੀ ਤਿਆਰੀ ਨਹੀਂ ਕਰ ਸਕਿਆ, ਸੰਗਠਨ ਨਹੀਂ ਬਣਾ ਸਕਿਆ, ਮਾਸ ਲੈਵਲ ਤੇ ਆਪਣੇ ਬੰਦੇ ਪੈਦਾ ਨਹੀਂ ਕਰ ਸਕਿਆ, ਪਿੰਡ ਪੱਧਰ ਤੇ ਆਪਣੇ ਧੜੇ ਕਾਇਮ ਨਹੀਂ ਕਰ ਸਕਿਆ। ਇਹ ਜੇ ਅਕਾਲੀ ਦਲ ਆਪਣੀ ਲੀਡਰਸ਼ਿਪ ਜਿਹੜੀ ਕਲੈਕਟਿਵ ਬਣਾ ਲੈਂਦੀ ਹੈ ਤੇ ਤੁਹਾਨੂੰ ਲੱਗਦਾ ਹੈ ਪਹਿਲੀ ਜੰਗ ਜਿੱਤਣ ਦੀ ਸਥਿਤੀ 'ਚ ਹੋਣਗੇ ਤੇ ਇੱਥੋਂ ਹੀ ਇਹਦੇ ਮੁੜ ਕੇ ਖੜੇ ਹੋਣ ਦੀ ਸੰਭਾਵਨਾ ਹੋ ਸਕਦੀ। ਪਹਿਲਾ ਟੈਸਟ ਤਾਂ ਇਮੀਡੀਏਟਲੀ ਰੰਧਾਵਾ ਜੀ ਆ ਰਿਹਾ ਹੈ। ਹੁਣ ਨਵੰਬਰ ਦੇ ਵਿੱਚ ਪ੍ਰਧਾਨਗੀ ਦੀ ਇਲੈਕਸ਼ਨ ਇਹਦੀ ਦੁਬਾਰਾ ਆ ਰਹੀ ਹੈ। ਜਿਹੜੀ ਪਾਰਟੀ ਦੀ ਅੰਦਰ ਦੀ ਹਾਲਤ ਹੈ ਉਸ ਦੇ ਕੰਟੈਕਸਟ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਇਲੈਕਸ਼ਨ ਹੋਏਗੀ ਕਿ ਜਿਹੜੇ ਲੋਕ ਇਹ ਡਿਮਾਂਡ ਕਰ ਰਹੇ ਹੈ ਕਿ ਲੀਡਰਸ਼ਿਪ ਬਦਲੀ ਜਾਵੇ ਉਹ ਡੋਮੀਨੇਟ ਕਰਨਗੇ ਸਿਚੁਏਸ਼ਨ 'ਚ ਕਿ ਨਹੀਂ। ਦੂਜੀ ਗੱਲ ਵੀ SGPC ਦੇ ਜਨਰਲ ਹਾਊਸ ਦੀ ਇਲੈਕਸ਼ਨ ਜੇ ਹੋ ਜਾਏ ਤਾਂ ਪਾਰਟੀ ਰਿਵਾਈਵ ਹੋ ਸਕਦੀ ਹੈ। ਅੱਜ ਦੀ ਹਾਲਤ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਜਿਹੜੀ ਅਪੋਨੈਂਟ ਹੈਗੇ ਹੈ ਉਹ ਮੇਰਾ ਖਿਆਲ ਹੈ ਕਾਫੀ ਇਫੈਕਟਿਵ ਹੋ ਸਕਦੇ ਹੈ, ਕਿਉਂਕਿ ਪੰਥ ਦੇ ਲੈਵਲ ਤੇ ਤਾਂ ਆ ਕੇ ਹੀ ਪਾਰਟੀ ਖਤਮ ਹੁੰਦੀ ਹੈ ਜੀ। ਔਰ SGPC ਦੀ ਇਲੈਕਸ਼ਨ ਪੰਥਕ ਇਲੈਕਸ਼ਨ ਹੈ, ਪੰਥਕ ਖਾਸਾ ਤਾਂ ਇਹ ਪਾਰਟੀ ਗਵਾ ਚੁੱਕੀ ਹੈ। ਇੱਥੇ ਹੀ ਸਾਰੀ ਗੱਲ ਆ ਕੇ ਫਸਦੀ ਹੈ। ਸੋ ਮੇਰੇ ਖਿਆਲ ਦੇ ਵਿੱਚ ਮੈਂ ਉੱਥੇ ਹੀ ਵਾਪਸ ਫਿਰ ਆਉਣਾ ਕਿ ਪ੍ਰੋ ਪੀਪਲ ਪੋਲਿਟਿਕਸ ਤੇ ਸਾਫ਼ ਸੁਥਰੇ ਆਗੂ ਇਹਨਾਂ ਦੀ ਪੰਜਾਬ ਨੂੰ ਲੋੜ ਹੈ। ਦੂਜਾ ਕੋਈ ਬਦਲ ਹੈ ਨਹੀਂ, ਇਹੀ ਇੱਕ ਤਰੀਕਾ। ਲੇਕਿਨ ਆਖਰੀ ਗੱਲ ਜਿਹੜੀ ਮੈਂ ਕਰਨੀ ਚਾਹੂੰਗਾ ਉਹ ਕਾਂਗਰਸ ਦੇ ਨਜ਼ਰੀਏ ਤੋਂ ਆ। ਇੱਕੋ ਜਿਹੀ ਸਥਿਤੀ ਦੋਵਾਂ ਪਾਰਟੀਆਂ ਦੀ ਬਣ ਗਈ। ਅੱਜ ਇੱਕ ਪ੍ਰੋਸੈਸ ਸ਼ੁਰੂ ਹੁੰਦਾ ਇਹਨਾਂ ਦੇ ਨੈਸ਼ਨਲ ਲੈਵਲ ਤੇ ਪ੍ਰਧਾਨ ਦਾ, ਕਾਂਗਰਸ ਪਾਰਟੀ ਦਾ, ਔਰ ਪ੍ਰੋਸੈਸ ਤਾਂ ਸ਼ੁਰੂ ਹੋ ਜਾਂਦਾ ਲੇਕਿਨ ਇੱਕ ਬਹਿਸ ਵੀ ਛਿੜ ਜਾਂਦੀ ਹੈ ਕਿ ਇਹ ਕੀ ਢੁਕਵਾਂ ਮੌਕਾ ਹੈਗਾ ਕਿ ਅਸੀਂ ਲੀਡਰਸ਼ਿਪ ਤਬਦੀਲੀ ਕਰੀਏ। ਰਾਹੁਲ ਗਾਂਧੀ ਆਪਣੇ ਆਪ ਨੂੰ ਪੇਸ਼ ਨਹੀਂ ਕਰ ਰਹੇ ਆਗੂ ਵਜੋਂ, ਸੋਨੀਆ ਗਾਂਧੀ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ, ਲੇਕਿਨ ਸੀਨੀਅਰ ਮੈਂਬਰ ਕਹਿ ਰਿਹਾ ਕਿ 2 ਰਾਜਾਂ ਦੀ ਇਲੈਕਸ਼ਨ ਨੂੰ ਸਾਹਮਣੇ ਰੱਖਦਿਆਂ ਇਹ ਮੌਕਾ ਹੀ ਨਹੀਂ ਹੈ ਚੇਂਜ ਦਾ। ਸੋ ਇਹ ਕਿੱਡਾ ਕੁ ਵੱਡਾ ਸੰਕਟ ਮੰਨੀਏ ਕਿ ਦਹਾਕਿਆਂ ਨਹੀਂ ਸਦੀ ਪੁਰਾਣੀਆਂ ਪਾਰਟੀਆਂ ਦੇ ਵਿੱਚ ਲੀਡਰਸ਼ਿਪ ਦਾ ਉਭਾਰ ਨਹੀਂ ਹੋ ਸਕਿਆ, ਲੀਡਰਸ਼ਿਪ ਪੈਦਾ ਨਹੀਂ ਹੋਣ ਦਿੱਤੀ ਗਈ, ਜਾਂ ਜਿਹੜੀ ਲੀਡਰਸ਼ਿਪ ਸੀ ਉਹਨੂੰ ਮਾਰਤਾ ਗਿਆ ਤੇ ਪਰਿਵਾਰਾਂ ਤੱਕ ਇੱਕ ਬੰਦੇ ਤੱਕ ਸੀਮਤ ਕਰਤਾ ਗਿਆ ਕਿ ਹੁਣ ਉਹ ਜੁਰਤ ਹੀ ਨਹੀਂ ਕਰ ਪਾਉਂਦੇ ਉਸ ਜਗ੍ਹਾ ਵੱਲ ਦੇਖਣ ਦੀ ਕਿ ਅਸੀਂ ਵੀ ਇਹਨੂੰ ਕਾਬਲੀਅਤ ਨਾਲ ਚਲਾ ਸਕਦੇ ਹਾਂ। ਇਹਦੇ ਉੱਤੇ ਇੱਕ ਆਖਰੀ ਟਿੱਪਣੀ ਦੇ ਦਿਓ ਫਿਰ ਖਤਮ ਕਰਦੇ। ਦੋਵੇਂ ਹੀ ਪਾਰਟੀਆਂ ਦੇ ਵਿੱਚ ਬਹੁਤ ਕੁਝ ਕਾਮਨ ਹੈ। ਦੋਵੇਂ ਪਾਰਟੀਆਂ ਹਿੰਦੁਸਤਾਨ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਔਰ ਦੋਹਾਂ ਦੇ ਹੀ ਜਿਹੜੇ ਇਤਿਹਾਸ ਹੈ ਬੜੇ ਕਮਾਲ ਦੇ ਸੰਘਰਸ਼ ਦੇ। ਦੋਵੇਂ ਪਰਿਵਾਰਵਾਦ ਦਾ ਸ਼ਿਕਾਰ ਹੋ ਗਈਆਂ। ਦੋਹਾਂ ਤੇ ਹੀ ਸੰਕਟ ਹੈ। ਸੰਕਟ ਲੀਡਰਸ਼ਿਪ ਦਾ ਹੈ। ਉੱਥੇ ਵੀ ਸਿਚੁਏਸ਼ਨ ਇਹੀ ਹੈ, ਇੱਥੇ ਵੀ ਇਹੀ ਹੈ। ਫਰਕ ਇੱਕੋ ਹੀ ਹੈ ਕਿ ਰਾਹੁਲ ਗਾਂਧੀ ਕਹਿੰਦੇ ਕਿ ਮੈਂ ਅੱਗੇ ਨਹੀਂ ਆਉਣਾ, ਉਹਨਾਂ ਨੂੰ ਨਵੇਂ ਲੀਡਰ ਦੀ ਲੋੜ ਹੈ ਜਿਵੇਂ ਪੰਜਾਬ ਵਿੱਚ ਲੋੜ ਹੈ। ਇੱਥੇ ਫਰਕ ਇੱਕੋ ਹੀ ਹੈ ਕਿ ਸੁਖਬੀਰ ਜੀ ਕਹਿੰਦੇ ਮੈਂ ਨਹੀਂ ਛੱਡਣੀ ਪ੍ਰਧਾਨਗੀ, ਉੱਥੇ ਰਾਹੁਲ ਗਾਂਧੀ ਲੈਣ ਨੂੰ ਤਿਆਰ ਨਹੀਂ ਤੇ ਨਵੀਂ ਲੀਡਰਸ਼ਿਪ ਡਿਵੈਲਪ ਨਹੀਂ ਹੋਣੀ। ਸੋ ਉਹ ਅਗਲੇ ਕੁਝ ਮਹੀਨਿਆਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹ ਫੈਸਲਾ ਵੀ ਉੱਥੇ ਹੋ ਜਾਏਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ।